ਚੰਡੀਗੜ੍ਹ ਦੇ ਇੱਕ ਇਲਾਕੇ ਦੇ ਵਿੱਚ ਜਿਹੜੇ ਥਾਂ ਤੇ ਅਸੀਂ ਖੜੇ ਆ, ਇਹ ਦੁਕਾਨਾਂ ਨਜ਼ਰ ਆ ਰਹੀਆਂ ਹੋਣਗੀਆਂ। ਇੱਥੇ ਇੱਕ ਸੁਨਿਆਰੇ ਦੀ ਦੁਕਾਨ ਹੁੰਦੀ ਸੀ, ਨਾਈਕਸ ਲੁੱਕ ਜਵੈਲਰਸ। ਉਹਨਾਂ ਨੇ ਕੁਝ ਪਰਿਵਾਰਾਂ ਨੂੰ ਠੱਗ ਲਿਆ, ਭੋਲੇ ਭਾਲੇ ਲੋਕਾਂ ਨੂੰ। ਤਕਰੀਬਨ 3 ਕਰੋੜ ਦੀ ਠੱਗੀ ਵੱਜੀ ਹੈ। ਇਸ ਤੋਂ ਜ਼ਿਆਦਾ ਵੀ ਦੱਸਿਆ ਜਾ ਰਿਹਾ ਕਿ ਕਈ ਪਰਿਵਾਰ ਹਾਲੇ ਸਾਹਮਣੇ ਆਉਣੇ ਨੇ। ਤੁਹਾਡੇ ਨਾਲ ਕਿੰਨੇ ਪੈਸਿਆਂ ਦੀ ਠੱਗੀ ਹੋਈ? मेरे 14 लाख है, 20 लाख रुपए मेरी सिस्टर के हैं और 3 लाख मेरे भाई के हैं। कोई सुनवाई नहीं हुई है। ਪੁਲਿਸ ਵਾਲੇ ਕਹਿੰਦੇ ਕੀ ਹੈ? कहते हैं कि अभी 2-4 केस हो जाए तो एक ही साथ दिया जाएगा, वो ऐसे बोलते हैं। ਵਿੱਚ ਇੰਨੇ ਚੰਗੇ ਥੇ ਤਾਂ ਵੀ ਕੋਈ ਭੁਲੇਖਾ ਵਿੱਚ ਹਰ ਕੋਈ ਆ ਜਾਂਦਾ। ਹੁਣ ਤੁਹਾਡੇ ਨਾਲ ਵੀ ਉਹ ਗੱਲ ਕਰਦੇ, ਤੁਹਾਡੇ ਨਾਲ ਵੀ ਤੁਸੀਂ ਵੀ ਭੁਲੇਖੇ 'ਚ ਆ ਜਾਂਦੇ। ਪੜ੍ਹੇ ਲਿਖੇ ਲੱਗਦੇ ਥੇ, ਸਮਝਦਾਰ ਲੱਗਦੇ ਥੇ। ਜਦੋਂ ਤੱਕ ਉਹ ਗਏ ਨਹੀਂ, ਸਾਨੂੰ ਉਦੋਂ ਤੱਕ ਵੀ ਯਕੀਨ ਥਾ ਵੀ ਸ਼ਾਇਦ ਸਾਡੇ ਪੈਸੇ ਮਿਲ ਜਾਣਗੇ। 15-20 ਦਿਨ ਪਹਿਲੇ ਉਹਨਾਂ ਨੇ ਸੁਸਾਈਡ ਦੀ ਕੋਸ਼ਿਸ਼ ਕੀਤੀ। ਸਾਡੇ ਤਕਰੀਬਨ 50 ਲੱਖ ਹੈ। ਤੁਹਾਡੀ ਕਿੰਨੇ ਪੈਸੇ? मेरे भी हैं, 1-1.5 लाख रहते हैं। ਪੁਲਿਸ ਕੋਲ ਜਦੋਂ ਸ਼ਿਕਾਇਤ ਦਿੱਤੀ ਤੇ ਕੀ ਬਣਿਆ? हाँ जी, हम गए थे सर। जब हम गए तो उन्होंने पहले ही कंप्लेंट कर दी थी कि हमारा लड़के के ऊपर कर्जा सिर था और लोग परेशान करते थे, इसलिए वो घर छोड़ के चला गया। ਪੁਲਿਸ ਨੇ ਤੇ ਨਾਲ ਤੁਹਾਡੀ ਜਦੋਂ ਗੱਲ ਹੋਈ, ਉਹਨਾਂ ਨੇ ਕਿਹਾ ਕਿ ਅਸੀਂ ਭਾਲਾਂਗੇ ਬੰਦੇ? हाँ जी, बोलते तो हैं, पर अभी देखो, अभी तो मतलब कंप्लेंट तो की है पर अभी कुछ हुआ नहीं है। कोई काम कर दे, कोई भांडे मांज देने, कोई कुछ बेलदारी कर देने, ਤਾਂ पैसे इकट्ठे करके ਇਹਨਾਂ ਕੋਲ ਸੁਨਾਰ ਕੋਲ ਚੀਜ਼ ਬਣਵਾਈ ਸੀਗੀ, ਚਲ ਆਪਣੇ ਬੱਚਿਆਂ ਵਾਲੇ ਬਣਵਾ ਲਈਏ। ਸਾਰਿਆਂ ਨੂੰ ਠੱਗੀ ਮਾਰ ਕੇ ਚਲਾ ਗਿਆ। ਚੰਡੀਗੜ੍ਹ ਦੇ ਇੱਕ ਇਲਾਕੇ ਦੇ ਵਿੱਚ ਜਿਹੜੇ ਥਾਂ ਤੇ ਅਸੀਂ ਖੜੇ ਆ, ਇਹ ਦੁਕਾਨਾਂ ਨਜ਼ਰ ਆ ਰਹੀਆਂ ਹੋਣਗੀਆਂ। ਇੱਥੇ ਇੱਕ ਸੁਨਿਆਰੇ ਦੀ ਦੁਕਾਨ ਹੁੰਦੀ ਸੀ, ਨਾਈਕਸ ਲੁੱਕ ਜਵੈਲਰਸ। ਉਹਨਾਂ ਨੇ ਕੁਝ ਪਰਿਵਾਰਾਂ ਨੂੰ ਠੱਗ ਲਿਆ, ਭੋਲੇ ਭਾਲੇ ਲੋਕਾਂ ਨੂੰ। ਕਿਵੇਂ? ਔਰ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਇੱਥੋਂ ਰਫੂ ਚੱਕਰ ਹੋ ਗਿਆ। ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਗਿਆ। ਉਹਨਾਂ ਦੇ ਖਿਲਾਫ ਬੇਸ਼ੱਕ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ, ਪਰ ਇੱਧਰ ਕੁਝ ਲੋਕ ਖੜੇ ਨੇ ਜਿਸ ਦੇ ਵਿੱਚ ਚੰਡੀਗੜ੍ਹ ਨਾਲ ਸੰਬੰਧਿਤ ਵਸਨੀਕ ਨੇ, ਜਿਹੜੇ ਲੁੱਟੇ ਗਏ ਨੇ, ਠੱਗੇ ਗਏ ਨੇ। ਤਕਰੀਬਨ 3 ਕਰੋੜ ਦੀ ਠੱਗੀ ਵੱਜੀ ਹੈ। ਇਸ ਤੋਂ ਜ਼ਿਆਦਾ ਵੀ ਦੱਸਿਆ ਜਾ ਰਿਹਾ ਕਿ ਕਈ ਪਰਿਵਾਰ ਹਾਲੇ ਸਾਹਮਣੇ ਆਉਣੇ ਨੇ, ਜਿਸ ਤੋਂ ਪਤਾ ਲੱਗੇਗਾ ਕਿ ਕਿੰਨੀ ਠੱਗੀ ਹੋਈ ਹੈ ਤੇ ਕਿੰਨੀ ਨਹੀਂ ਹੋਈ। ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਦੇ ਹਾਂ ਕਿ ਜਿਹੜਾ ਨਾਈਸ ਲੁੱਕ ਜਵੈਲਰਸ ਵਾਲੇ ਨੇ, ਇਹ ਕਦੋਂ ਤੋਂ ਇੱਥੋਂ ਦੁਕਾਨ ਪਾਈ ਹੋਈ ਸੀ ਇਹਨਾਂ ਨੇ? ये 5-6 साल से इनकी दुकानें थी और ये जीरकपुर में जमुना इनक्लेव में रहते थे और कम से कम भी ये 3 करोड़ के करीब फ्रॉड करके निकल गई यहाँ से। पहले लड़का गया, उसके बाद पूरी फैमिली चली गई। ਤੁਹਾਡਾ ਨਾਮ ਕੀ ਹੈ? ਤੁਸੀਂ ਕਿੱਥੋਂ ਦੇ ਰਹਿਣ ਵਾਲੇ? मेरा नाम सीना है सर और मैं जमुना इनक्लेव जीरकपुर से हूँ। ਜੀ। ਤਾਂ ਤੁਹਾਡਾ ਵਾ ਪਹਿਲੀ ਵਾਰੀ ਇਹਨਾਂ ਨਾਲ ਕਦੋਂ ਪਿਆ, ਨਾਈਸ ਲੁੱਕ ਜਵੈਲਰਸ ਵਾਲਿਆਂ ਨਾਲ? ये हमारे वहीं पे रहते थे। इन्होंने शुरू में गोल्ड की किटियाँ शुरू की, उसके बाद कमेटियाँ शुरू की, उसके बाद इन्होंने ऐसे ही सबको अपने झांसे में लिया और सबको मतलब फ्रॉड ਇਹਨਾਂ ਦਾ कर। ਠੱਗੀ ਮਾਰਨ ਦਾ ਤਰੀਕਾ ਕੀ ਸੀ? ਪਹਿਲਾਂ ਕੀ ਕਹਿੰਦੇ ਸੀ? ਸੋਨਾ ਦਿੰਦੇ ਸੀ, ਗਹਿਣੇ ਦਿੰਦੇ ਸੀ? हाँ जी, पहले शुरू में ये जो किटियाँ डालते थे वो टाइम पे देते थे। फिर हमने कमेटियाँ भी शुरू करी, कमेटी भी ये टाइम पे देते थे। उसके बाद फिर इन्होंने धीरे धीरे अपना विश्वास बनाया और उसके बाद करोड़ों रुपए लेके फरार हो गए। ਤੁਹਾਡੇ ਨਾਲ ਕਿੰਨੇ ਪੈਸਿਆਂ ਦੀ ਠੱਗੀ ਹੋਈ? मेरे 14 लाख हैं, 20 लाख रुपए मेरी सिस्टर के हैं और 3 लाख मेरे भाई के हैं। ਤਾਂ ਤੁਸੀਂ ਵੀ ਇਸੇ ਤਰ੍ਹਾਂ ਸ਼ਿਕਾਰ ਹੋਏ ਹੋ ਠੱਗੀ ਦਾ? ਹਾਂਜੀ ਜੀ, ਤੁਹਾਡਾ ਕੀ ਨਾਮ ਹੈ ਜੀ? ਕਿੱਥੋਂ ਦੇ ਰਹਿਣ ਵਾਲੇ? ਮੈਂ ਜੀਰਕਪੁਰ ਜਮਨਾ ਇਨਕਲੇਵ ਤੋਂ ਰਹਿਣੇ ਵਾਲੀ। ਮੇਰਾ ਨਾਮ ਹੈ ਕਿਰਨ ਮਹਿਤਾ। ਜੀ। ਹਾਂਜੀ। ਤਾਂ ਤੁਸੀਂ ਜਿਰਕਪੁਰ ਰਹਿੰਦੇ ਸੀ ਤੇ ਇਹ ਤੇ ਹੱਲੂ ਮਾਜਰਾ ਦੇ ਵਿੱਚ ਇਹ ਦੁਕਾਨਾਂ ਨੇ, ਤੇ ਤੁਹਾਡਾ ਵਾਹ ਕਿਵੇਂ ਪੈਂਦਾ ਨਾ? ਪਹਿਲੋਂ ਇਹ ਜੀਰਕਪੁਰ ਵਿੱਚ ਹੀ ਰਹਿੰਦੇ ਤੇ ਸਾਡੀ ਗਲੀ ਵਿੱਚ ਹੀ ਰਹਿੰਦੇ ਥੇ। ਹਾਂਜੀ। ਤਾਂ ਤੁਹਾਡਾ ਪਹਿਲੀ ਵਾਰੀ ਕਿਵੇਂ ਸੰਪਰਕ ਹੋਇਆ ਸੀ? ਬਸ ਉਹ ਫਰੈਂਡ ਨੂੰ ਜਾਣਦੇ ਥੇ, ਫਰੈਂਡ ਦੇ ਨਾਲ ਹੀ ਅੱਗੇ ਜਾਣਦੇ ਥੇ। ਅਸੀਂ ਸਾਰੀ ਫਰੈਂਡਸ ਨੇ ਫਿਰ ਕਮੇਟੀ ਪਾ ਲਈ ਤੀ ਉਹਦੇ ਕੋਲ। ਤਾਂ ਮਤਲਬ ਉਹਨਾਂ ਨੂੰ ਲੱਗਿਆ ਕਿ ਜਿਹੜੀਆਂ ਇਹ ਬੀਬੀਆਂ ਦੇ ਨਾਲ ਗੱਲਬਾਤ ਕਰਾਂਗੇ, ਅਸੀਂ ਉਹਨਾਂ ਨੂੰ ਕੁਝ ਪੈਸਿਆਂ ਦੀ ਕਮੇਟੀ ਦੀ ਗੱਲ ਕਰਾਂਗੇ। ਤਰੀਕਾ ਕੀ ਸੀ? ਸਭ ਤੋਂ ਪਹਿਲਾਂ ਕਿੰਨੇ ਪੈਸੇ? ਬੋਲਣ ਵਿੱਚ ਇੰਨੇ ਚੰਗੇ ਥੇ ਤਾਂ ਵੀ ਕੋਈ ਭੁਲੇਖਾ ਵਿੱਚ ਹਰ ਕੋਈ ਆ ਜਾਂਦਾ। ਹੁਣ ਤੁਹਾਡੇ ਨਾਲ ਵੀ ਉਹ ਗੱਲ ਕਰਦੇ, ਤੁਹਾਡੇ ਨਾਲ ਵੀ ਤੁਸੀਂ ਵੀ ਭੁਲੇਖੇ 'ਚ ਆ ਜਾਂਦੇ। ਪੜ੍ਹੇ ਲਿਖੇ ਲੱਗਦੇ ਥੇ, ਸਮਝਦਾਰ ਲੱਗਦੇ ਥੇ। ਜਦੋਂ ਤੱਕ ਉਹ ਗਏ ਨਹੀਂ, ਸਾਨੂੰ ਉਦੋਂ ਤੱਕ ਵੀ ਯਕੀਨ ਥਾ ਵੀ ਸ਼ਾਇਦ ਸਾਡੇ ਪੈਸੇ ਮਿਲ ਜਾਣਗੇ। ਇਹ 15-20 ਦਿਨ ਪਹਿਲੇ ਉਹਨਾਂ ਨੇ ਸੁਸਾਈਡ ਦੀ ਕੋਸ਼ਿਸ਼ ਕੀਤੀ। ਪਤਾ ਨਹੀਂ ਸੱਚੀ ਥੀ ਜਾਂ ਝੂਠੀ ਥੀ। ਅੱਛਾ। ਤੇ ਫਿਰ ਅਸੀਂ ਫਿਰ ਵੀ ਸੋਚਿਆ ਕੋਈ ਨਹੀਂ, ਸਾਡੇ ਪੈਸੇ 2 ਸਾਲ ਬਾਅਦ ਚ ਦੇ ਦਿਓ ਤੁਸੀਂ, ਕੋਈ ਗੱਲ ਨਹੀਂ, ਆਪਣੇ ਬੱਚਿਆਂ ਲਈ ਠੀਕ ਠਾਕ ਰਹੋ। ਅੱਛਾ, ਇਹ ਵੀ ਤਾਂ ਗੱਲਾਂ ਇਹ ਹੋਈਆਂ? ਗੱਲ ਹੋਈ ਆ ਜੀ। 1 ਸਾਲ ਪਹਿਲੇ ਹਾਰਟ ਅਟੈਕ ਦਾ ਕੀਤਾ ਥਾ ਤੇ ਅਸੀਂ ਫਿਰ ਉਸ ਵੇਲੇ ਕੁਝ ਨਹੀਂ ਕੀਤਾ ਵੀ ਕੋਈ ਗੱਲ ਨਹੀਂ, ਮਹੱਲੇ 'ਚ ਹੀ ਰਹਿੰਦੇ, ਕਿਤੇ ਨਹੀਂ ਜਾਣਗੇ। ਅਸਲ 'ਚ ਸਾਡੀ ਫਰੈਂਡ ਦੇ ਘਰ ਵਿੱਚ ਹੀ ਲੈਂਡਲੋਰਡ ਮੇ ਥੇ, ਉਹਨਾਂ ਦੇ ਕਿਰਾਏਦਾਰ ਥੇ ਇਹ। ਇਸ ਕਰਕੇ ਕਿਸੇ ਨੂੰ ਇਹ ਨਹੀਂ ਥਾ ਵੀ ਚਲੇ ਜਾਏਗਾ। ਤੁਹਾਡੇ ਤੇ ਤੁਹਾਡੇ ਆਂਢ ਗੁਆਂਢ ਕਿੰਨੇ ਪੈਸੇ ਠੱਗੇ ਗਏ? ਸਾਡੇ ਤਕਰੀਬਨ 50 ਲੱਖ ਹੈ। ਇਹ ਸ਼ੀਨਾ ਵੀ ਸਾਡੇ ਕੋਲ ਹੀ ਰਹਿੰਦੀ ਹੈ। ਹਾਂਜੀ। मैं भी नाम कोल ही रहती हूँ, मैं भी नाल ही रहती हूँ। ਤੁਹਾਡੀ ਕਿੰਨੇ ਪੈਸੇ? मेरे भी हैं, 1-1.5 लाख रहता है। ਹਾਂ। ਹਾਂ, ਉਹ ਕਮੇਟੀਆਂ ਪਾਈਆਂ ਸੀਗੀਆਂ। ਪਹਿਲੇ ਦੇ ਦਿੱਤੀ ਸੀਗੀ, ਬਾਅਦ ਵਿੱਚ ਉਹਨੇ ਦਿੱਤੀ ਨਹੀਂ। ਪਹਿਲੇ ਕਹਿੰਦਾ ਹੁਣੇ ਦੇ ਦਾਂਗਾ, ਹੁਣੇ ਦੇ ਦਾਂਗਾ, ਦਿੱਤੀ ਨਹੀਂ। ਬਸ ਕਿੰਨੇ ਜਣੇ ਲੋਕ ਸੀ ਜਿਹੜੇ ਦੁਕਾਨ ਚਲਾਉਂਦੇ ਸੀ ਸੁਨਿਆਰੇ ਵਾਲੀ? ਕਿੰਨੇ ਕੀ 3 ਭਰਾ ਸੀਗੇ ਇਹ। ਇੱਕ ਹਾਂ ਇੱਕ 3 ਭਰਾ ਸੀਗੇ ਇਹ। ਇੱਕ ਕੁਛ ਚਾਂਦੀ ਦਾ ਕੰਮ ਕਰਦਾ ਸੀਗਾ, ਵੱਡਾ ਵਾਲਾ ਸੋਨੇ ਦਾ ਕੰਮ ਕਰਦਾ ਸੀਗਾ। ਬਸ ਉਹੀ ਸੋਨੇ ਚਾਂਦੀ ਦਾ ਕੰਮ ਕਰਕੇ ਕਦੀ ਕਹਿੰਦੇ ਚਾਂਦੀ ਲੈਣੀ ਇੱਥੇ ਤੇ ਲੈ ਲਓ, ਸੋਨਾ ਲੈਣਾ ਮੇਰੇ ਤੇ ਲੈ ਲਓ।
ਇਹਦਾ ਪਿਓ ਸੀਗੀ ਦੁਕਾਨ ਸੀਗੀ, ਉਹ ਕੱਪੜਿਆਂ ਦੀ ਦੁਕਾਨ ਕਰਦਾ ਕਿਹੜੇ ਸੀ। ਦਿਨ ਤੁਹਾਨੂੰ ਪਤਾ ਲੱਗਿਆ ਕਿ ਇਹ ਤਾਂ ਫਰਾਡੀ ਬੰਦੇ ਨੇ, ਇਹ ਤਾਂ ਠੱਗੀ ਮਾਰਨ ਵਾਲੇ? ਹੁਣੇ ਬਸ 15 20 25 ਦਿਨ ਬਾਅਦ। ਹਾਂ, ਜਦ ਇਸ ਤੋਂ ਬਾਅਦ ਪੁਲਿਸ ਕੋਲ ਗਏ ਹੋ ਤੁਸੀਂ? ਅਸੀਂ ਗਏ ਸੀਗੇ, ਐਫਆਈਆਰ ਕੀਤੀ ਹੈ ਇਹਨਾਂ ਨੇ। ਤੁਸੀਂ ਪੁਲਿਸ ਕੋਲ ਜਦੋਂ ਸ਼ਿਕਾਇਤ ਦਿੱਤੀ ਤੇ ਕੀ ਬਣਿਆ? हाँ जी, हम गए थे सर। जब हम गए तो उन्होंने पहले ही कंप्लेंट कर दी थी कि हमारा लड़के के ऊपर कर्जा सिर था और लोग परेशान करते थे, इसलिए वो घर छोड़ के चला गया। मतलब बीच में उसने 1 महीना पहले 5 मई को उसने ये दवाई भी पी थी, सुसाइड करने की भी कोशिश की थी। तभी हमने उसके ऊपर प्रेशर नहीं डाला कि भाई पैसों के लिए कि चलो ये ठीक हो जाता फिर हमारे पैसे दे देगा, पर ऐसा कुछ नहीं हुआ। वो पहले ही ਉਦੋਂ ਸੁਸਾਈਡ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਗਈ, ਕਾਰਨ ਕੀ ਦੱਸਿਆ ਸੀ ਉਹਨਾਂ ਨੇ ਵੀ ਕਿਉਂ ਇਸ ਕਦਮ ਚੁੱਕ? लोग परेशान करते हैं पैसों के लिए। यहाँ पे दुकानों पे किसी ने मतलब अटैक किया और लड़ाई झगड़ा हुआ, तो तब उसने मतलब सुसाइड की कोशिश की थी। ਮਤਲਬ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਇਕੱਲੇ ਮੇਲ ਸੀ ਜਾਂ ਫੀਮੇਲ ਵੀ ਝਾਂਸੇ ਚ ਲੈਂਦੇ? फीमेल भी थी सर, उनकी मदर थी, वाइफ थी, 2 बच्चे हैं। ਤੁਹਾਡੀ कदे हुई ਉਹਨਾਂ ਨਾਲ ਗੱਲ? हाँ जी बिल्कुल पास में ही रहते थे, मिलना जुलना था अच्छे से। और उनके पापा हरियाणा रोडवेज से रिटायर हैं। कुरुक्षेत्र में उनका दूधड़ा कोई गांव है, वहाँ पे वो पुराने वो पीछे अभी सुनने में आया कि वहाँ भी वो फ्रॉड करके आए हैं। ਮਤਲਬ ਫਿਰ ਤਾਂ ਉਹਨਾਂ ਦਾ ਕੋਈ ਨਾ ਕੋਈ ਪੱਕਾ ਟਿਕਾਣਾ ਵੀ ਹੋਏਗਾ। ਪੁਲਿਸ ਨੇ ਤਾਂ ਨਾਲ ਤੁਹਾਡੀ ਜਦੋਂ ਗੱਲ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਭਾਲਾਂਗੇ ਬੰਦੇ? हाँ जी बोलते तो हैं, पर अभी देखो अभी तो मतलब कंप्लेंट तो की है पर अभी कुछ हुआ नहीं है। हम कोशिश करते हैं कि रिक्वेस्ट है पुलिस से कि भी कुछ करे। ਤਾਂ ਤੁਹਾਡੇ ਨਾਲ ਵੀ ਹੋਈ ਹੈ ਜੀ? ਕਿੰਨੇ ਪੈਸੇ ਹੈ ਜੀ? 1-1.5 लाख रुपए पैसे है, सोने का कान के लड़के के पैसे जमा है, कैश मेरे टोपस के पैसे जमा है, 4 किट्टी है। ਹਾਂ, ये ਜਿੰਨਾ ਕੁਝ ਠੱਗਿਆ ਗਿਆ ਸਾਰਿਆਂ ਦਾ ਤਾਂ ਬੜੀ ਮਿਹਨਤ ਦੇ ਨਾਲ ਕਮਾਇਆ ਹੋਣਾ ਹੈ। ਕਿੰਨਾ ਸਮਾਂ ਲੱਗਿਆ ਹੋਣਾ ਹੈ ਸਾਰੇ ਪੈਸੇ ਇਕੱਠੇ ਕਰਨ ਲਈ? सब ਕਾਫੀ ਟਾਈਮ ਲੱਗਿਆ ਜੀ, ਕਾਫੀ ਟਾਈਮ ਲੱਗਿਆ ਜੀ, ਪੈਸੇ ਲੈ ਕੇ ਦੌੜ ਗਏ। ਘਰਾਂ ਤੇ ਕੰਮ ਕਰ ਕਰਕੇ ਲੋਕਾਂ ਨੇ ਪੈਸਾ ਇਕੱਠਾ ਕਰਦਾ। ਕੋਈ ਕੰਮ ਕਰਦੇ, ਕੋਈ ਭਾਂਡੇ ਮਾਂਜਦੇ ਨੇ, ਕੋਈ ਕੁਝ ਬੇਲਦਾਰੀ ਕਰਦੇ ਨੇ, ਤਾਂ ਪੈਸੇ ਇਕੱਠੇ ਕਰਕੇ ਇਹਨਾਂ ਕੋਲ ਸੁਨਾਰ ਕੋਲ ਚੀਜ਼ ਬਣਵਾਈ ਸੀਗੀ, ਚਲ ਆਪਣੇ ਬੱਚਿਆਂ ਵਾਲੇ ਬਣਵਾ ਲਈਏ, ਸਾਰਿਆਂ ਨੂੰ ਠੱਗੀ ਮਾਰ ਕੇ ਚਲਾ ਗਿਆ। ਮਿਹਨਤ ਮਜ਼ਦੂਰੀ ਕਰ ਕਰਕੇ ਇਕੱਠੇ ਕਰ ਰਹੇ? ਹਾਂਜੀ, ਉਹ ਸਾਰਾ ਕੁਝ ਲੈ ਕੇ ਚਲੇ ਗਏ। करके इकट्ठा करके देते थे 4,000 रुपए महीना इसको। और इसने तो ऐसी गोली चुसाई, कभी बीमार पड़ गया कि हार्ट अटैक पड़ गया मेरे को। चलो मैंने कहा चलो कुछ नहीं होता, आप थोड़ा थोड़ा करके दे दीजिए, हम इतना जोर भी नहीं पाते कि चलो आप ठीक हो के आ गए, हमारा थोड़ा थोड़ा दे दोगे। एक दिन दुकान खोली, शनिवार को है। हाँ जी, हमने कहा भैया आपने क्या बोल रखा, आप तो कहते कि आपका सामान दे देंगे। कह रहे हाँ दे देंगे, और कोई बात नहीं बहन जी हम आपका पहले ही देंगे, आपको सोमवार को आप मेरी दुकान पे ही आके ले जाना। ठीक है, सोमवार को नहीं होता तो शनिवार की रात कोई दुकान खाली करके फरार हो लिया। ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ? हाँ जी सर जी, हमने 10,000 रुपए जमा किए थे नथ के लिए, बहन की शादी के लिए। पैसे लेके चले गए, 2 महीने पहले जमा किए, 1 महीने बाद गायब हो गए दुकान से। अभी तक बनवा के नहीं दिया और दुकान भी खाली कर दी। ਤਾਂ ਇੱਕ ਵਾਰੀ ਫੇਰ ਤੁਹਾਨੂੰ ਉਹ ਜਗ੍ਹਾ ਦਿਖਾ ਦਿੰਨੇ ਆ। ਇਸ ਪਾਸੇ ਜਿਹੜੀਆਂ ਦੁਕਾਨਾਂ ਨੇ, ਇੱਥੇ ਨਾਈਸ ਲੁੱਕ ਜਿਹੜੀ ਜਵੈਲਰਸ ਦੀਆਂ ਦੁਕਾਨਾਂ ਸੀ, ਇੱਥੇ ਇਹਨਾਂ ਨੂੰ ਲੋਕਾਂ ਨੂੰ ਪਹਿਲਾਂ ਤਾਂ ਝਾਂਸੇ ਦੇ ਵਿੱਚ ਲਿਆ ਜਾਂਦਾ, ਕਮੇਟੀਆਂ ਪਾਈਆਂ ਜਾਂਦੀਆਂ ਨੇ, ਪੈਸੇ ਦੇ ਦਿੱਤੇ ਜਾਂਦੇ ਨੇ, ਪਰ ਬਾਅਦ ਵਿੱਚ ਜਿਹੜੇ ਗਰੀਬ ਪਰਿਵਾਰ ਖੜੇ ਨੇ, ਮਿਹਨਤ ਦੇ ਨਾਲ ਪੈਸਾ ਕਮਾਈ ਕਰਦੇ ਨੇ, ਵਿਆਹ ਸ਼ਾਦੀ 'ਚ ਸੋਨਾ ਲਾਉਣਾ ਸੀ। ਤਾਂ ਜਿਹੜੀ ਇਹ ਤਸਵੀਰਾਂ ਦਿਖਾ ਰਹੇ ਹੋ ਤੁਸੀਂ, ਇਹ ਕਿੰਨਾਂ ਦੀਆਂ ਨੇ, ਕੌਣ ਨੇ? ये जो सतीश वर्मा है और ये इनके ब्रदर है, ये इनके फादर हैं, और ये इनकी मिसीज है, ये इनके भाई की मिसीज है, और ये इनके छोटे भाई हैं। तो ये तीनों भाई इकट्ठे ही एक जगह काम करते थे, तीनों बैठते थे, और पापा भी इनके साथ में बैठते थे। तो मतलब सबने मिलजुल के ये साजिश की है कि ਤੁਹਾਡੇ ਹੁਣ ਇਹਨਾਂ ਸਾਰੇ ਕੇਸਾਂ ਦੀ ਵੱਖ-ਵੱਖ ਥਾਵਾਂ ਤੇ ਉੱਤੇ ਸ਼ਿਕਾਇਤਾਂ ਦਿੱਤੀਆਂ ਗਈਆਂ ਸੀ। ਕਿਹੜੇ-ਕਿਹੜੇ ਥਾਣੇ 'ਚ ਪਰਚਾ ਦਰਜ ਹੈ? 31 में भी है, 26 में भी है, शायद 9 सेक्टर में भी है और जीरकपुर में भी है। हमने 9 में भी दिए, जीरकपुर में भी दिए, अभी कोई सुनवाई नहीं हुई है। ਪੁਲਿਸ ਵਾਲੇ ਕਹਿੰਦੇ ਕੀ ਹੈ? कहते हैं कि अभी 2-4 केस हो जाए तो एक ही साथ दिया जाएगा, अच्छा, वो ऐसे बोलते हैं। 9 सेक्टर में भी कब के देखे हैं। जीरकपुर में तो इन्होंने हाथापाई भी करी थी हमारे साथ। अच्छा, इन्होंने बाप ने इसके हमारे साथ हाथापाई करी थी, ये भी खड़े थे उस दिन यहाँ पे, हम भी हमारे साथ कमरे में बंद करके हमें पता क्या करे कि अगर तुम हमारे से पैसे लेने की बात करोगे तो हम अपने कपड़े फाड़ के कहेंगे तुम इज्जत लूट रहे हो तुम घर में जाके। हाँ ਇਹ ਤੁਹਾਡੇ ਨਾਲ ਹੋਇਆ ਹੈ? हाँ हुआ है, ये भी खड़े थे, ये भी थे, ये नीचे थे, मैं ऊपर था, इनके साथ एक लेडीज और थी, मम्मी थे मेरे। वो सीधा कह रहे कि अगर ज्यादा करोगे हम सुसाइड कर लेंगे तुम्हारे नाम लिख के। ਇਸ ਤੋਂ ਬਾਅਦ ਤੁਸੀਂ ਫਿਰ ਪਿੱਛੇ भी हट गए हो? हटे, नीचे उठे, नीचे आके मेरी मम्मी के साथ हाथापाई कर रहा बुढ़ा आके उसका। नहीं फिर हम हाथापाई हुई थोड़ी बहुत, उसने मारे, मेरी मम्मी ने भी मारे, फिर जाके हमने कंप्लेंट पा दी जीरकपुर में। नहीं है, कोई सुनवाई नहीं आएगा। हमारे कितने पैसे दी हुई? हमारे तो लड़का लोन लेके भी दिया हुआ गया। अच्छा, 10 लाख 10 लाख ऐसे लोन लेके लोगों से भी हमने दिया हुआ, किसी से 6 लाख, किसी से 5 लाख, किसी से 4 लाख, इस तरह हमने दिया हुआ जी।
हमारे से यही दिलासा देते गए जो हम इकट्ठे कमाएंगे जी, इस तरह करेंगे, हमारे को ला कर दो, हम ब्याज देंगे, ये देंगे, वो देंगे, इस तरह करते जाए। ਇਹਨਾਂ ਨੂੰ ਇਹ ਠੱਗ ਕੇ ਚਲੇ ਗਏ ਆ, ਕਿਤੇ ਫਰਾਰ ਹੋ ਗਏ, ਕਿੰਨੇ ਕੋ ਪਰਿਵਾਰ ਬਣਦੇ ਆ ਟੋਟਲ? ये मैं करी अगर 100 घर है ना हल्लो मारा में, तो 90 घरों को पैसा है जी। 90 घरों को कोई 10,000, 20,000, 50,000, लाख, 1.5 लाख, 2 लाख इस तरह हैगा। 3-3 लाख भी है। मेरे भी बहू के खड़े और पजे पर मेरी बालियां सुनने की उसी के पास। मैंने बोला था मैं अगले महीने छुटा लूंगी, पर वो फरार ही हो गया। इनकी ना तो ससुर फोन उठा रहेगा, ना तो इनकी कुंडली वाले समझी है वो फोन उठा रहेगा, सब बीजी में डाल दिया, कोई भी नहीं उठा रहा, कोई सुनवाई नहीं हो रहा। हम लोग का रिक्वेस्ट है जो आगे से आगे ये केस जाए, हम लोग को रिक्वेस्ट है जो आगे से आगे ये केस जाए। हमारा मैं तो लोन भी उठा के दिया हुआ लड़का, उसका भी तो भरपाई करनी है। हम महीने के 20,000 भी भर रहे हैं, उसके बताओ लोन इसने लिया तो उठा के महीने के 20,000 हम भर रहे हैं। अब वो मेरा भाई जाके काम कर रहा होता 10,000 पे जॉब पे कहीं पे, अब हम कहाँ से भरेंगे बताओ? 6 तारीख को हमारे लड़के का सिम भी निकाल लिया था इसने। उसके नाम पे सिम था, उसके भाई के नाम पे जो मेरे भाई के मोबाइल में चल रहा था। अब वो उन्होंने कहीं सिम निकाल लिया, यहाँ पे मेरे भाई का फोन बंद हो चुका है। 30,000 निकाल लिया इन्होंने, 30,000 उसमें से भी सिम निकाल के 30,000 निकाल लिया। ਤਾਂ ਇਹ ਉਹ ਲੋਕ ਨੇ ਪੀੜਤ ਪਰਿਵਾਰ ਜਿਹੜੇ ਬੀਬੀਆਂ ਖਾਸ ਕਰਕੇ ਜਿਹੜੇ ਠੱਗੀ ਦਾ ਸ਼ਿਕਾਰ ਹੋ ਗਈਆਂ ਨੇ, ਔਰ ਇਹਨਾਂ ਨੇ ਬਹੁਤ ਵਾਰੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਕੋਲ ਵੀ ਜਾ ਕੇ ਕਿ ਸਾਨੂੰ ਕੋਈ ਠੱਗ ਕੇ ਲੈ ਗਏ ਨੇ। ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਦੋਂ ਇਨਸਾਫ ਮਿਲਦਾ ਹੈ। ਪਰ ਇਹਨਾਂ ਦੁਕਾਨਾਂ ਦੇ ਵਿੱਚ ਉਹ ਲੋਕ ਬੈਠਦੇ ਸੀ ਜਦੋਂ ਇਹਨਾਂ ਦੁਕਾਨਾਂ ਦੇ ਵਿੱਚ ਉਹਨਾਂ ਨੇ ਆਪਣਾ ਸੁਨਿਆਰੇ ਦਾ ਕੰਮ ਸ਼ੁਰੂ ਕੀਤਾ ਸੀ, ਪਰ ਉਸ ਤੋਂ ਬਾਅਦ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨੇ ਆਪਣੀ ਹੱਡਬੀਤੀ ਦੱਸੀ ਹੈ ਕਿ ਸਾਡੇ ਕੋਲ ਪਹਿਲਾਂ ਤਾਂ ਪਿਆਰ ਦੇ ਨਾਲ ਗੱਲ ਕਰਦੇ ਸੀ, ਪਰ ਬਾਅਦ ਦੇ ਵਿੱਚ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਢੰਗ ਤਰੀਕੇ ਦੇ ਨਾਲ ਫਰਾਰ ਹੋ ਜਾਂਦੇ ਨੇ। ਤਾਂ ਹੱਲੋ ਮਾਜਰਾ ਦੇ ਵਿੱਚ ਅਸੀਂ ਖੜੇ ਹਾਂ ਜਿੱਥੇ ਨਾ ਸਾਰੇ ਲੋਕਾਂ ਨੇ ਆਪਣੀ ਪੀੜਤਾਂ ਨੇ ਕਹਾਣੀ ਦੱਸੀ ਹੈ ਤੇ ਠੱਗੀ ਦਾ ਸ਼ਿਕਾਰ ਹੋਏ ਨੇ ਲੋਕ, ਜਿਨ੍ਹਾਂ ਦੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤਾਂ ਪੁਲਿਸ ਪ੍ਰਸ਼ਾਸਨ ਦਾ ਹੁਣ ਇੱਥੇ ਫਰਜ਼ ਬਣਦਾ ਹੈ ਕਿ ਉਹਨਾਂ ਦੀਆਂ ਪੈੜਾਂ ਨੱਪੀਆਂ ਜਾਣ। ਉਹ ਜਿੱਥੇ ਵੀ ਗਏ ਆ ਦੇਸ਼ ਦੇ ਅੰਦਰ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਨੇ, ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਧੂ ਕਾ ABC ਪੰਜਾਬ, ਹੱਲੋ ਮਾਜਰਾ।